हाँ जी, सत श्री अकाल जी दोस्तों, स्वागत है तुहाडा एक बारी फिर तो तुसीं देख रहे हो जी लर्न सिंपल। तो अज आपां पढ़न जा रहे हैं नायब तहसीलदार के टॉप मोस्ट इंपोर्टेंट MCQs। सारे MCQs बहुत ज़्यादा इंपोर्टेंट है तुहाडे एग्जाम के लिए। शुरू करन तो पहलां जेकर तुसीं साडे चैनल नूं सबसक्राइब नहीं कीता तां प्लीज़ चैनल नूं सबसक्राइब कर दिओ ते बैल आइकन के उपर भी क्लिक कर दिओ तां जो नैक्सट आउण वाली वीडियोज़ जिहड़ी अपडेट है तुहानूं सब तो पहलां मिल सके। लो शुरू करते हैं जी फर्स्ट क्वेश्चन तो, हैदराबाद का नवां नाम की हो सकता है? ਜਿਹੜਾ हैदराबाद आ ਉਹਦਾ ਜਿਹੜਾ ਨਵਾਂ ਨਾਮ ਆ ਉਹ ਕੀ ਹੋ ਸਕਦਾ ਆ? ਆਪਸ਼ਨਸ ਜਿਹੜੀਆਂ ਤੁਹਾਡੀ ਸਕਰੀਨ ਦੇ ਉੱਪਰ ਡਿਸਪਲੇ ਆ ਜੀ। ਹਾਂਜੀ, ਇਹਦਾ ਜਿਹੜਾ ਰਾਈਟ ਆਨਸਰ ਹੈਗਾ ਜੀ ਭਾਗਿਆ ਨਗਰ। ਜਿਹੜਾ हैदराबाद ਦਾ ਨਵਾਂ ਨਾਮ ਜਿਹੜਾ ਰੱਖਣ ਦੀ ਪ੍ਰਪੋਜ਼ਲ ਆ ਰਹੀ ਹੈ ਕਿ ਭਾਗਿਆ ਨਗਰ। ਇਹਦਾ ਰਾਈਟ ਆਨਸਰ ਹੈਗਾ ਜੀ ਇਹ ਆਪਸ਼ਨ। ਨੈਕਸਟ ਕੁਐਸਚਨ ਦੇਖਦੇ ਹਾਂ, ਅੰਗਦਾਨ ਵਿੱਚ ਕਿਹੜਾ ਰਾਜ ਸਭ ਤੋਂ ਪਹਿਲਾਂ ਜਾਂ ਪਹਿਲ ਤੇ ਹੈ? ਇਹਦੀਆਂ ਜਿਹੜੀਆਂ ਆਪਸ਼ਨਸ ਆਪਾਂ ਦੇਖ ਲੈਂਦੇ ਹਾਂ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਦਿੱਲੀ ਜਾਂ ਹਰਿਆਣਾ। ਹਾਂਜੀ, ਇਹਦਾ ਜਿਹੜਾ ਰਾਈਟ ਆਨਸਰ ਹੈਗਾ ਜੀ, ਇਹਦਾ ਰਾਈਟ ਆਨਸਰ ਹੈਗਾ ਜੀ ਤਾਮਿਲਨਾਡੂ। ਤਾਮਿਲਨਾਡੂ ਜਿਹੜਾ ਆ ਅੰਗਦਾਨ ਦੇ ਵਿੱਚ ਜਿਹੜਾ ਆ ਸਭ ਤੋਂ ਪਹਿਲ ਤੇ ਆ। ਨੈਕਸਟ ਦੇਖਦੇ ਹਾਂ ਜੀ, ਜਾਪਾਨ ਦੀ ਸਪੇਸ ਏਜੰਸੀ ਦਾ ਨਾਮ ਕੀ ਹੈ? ਜਿਹੜੀ ਜਾਪਾਨ ਦੀ ਸਪੇਸ ਏਜੰਸੀ ਹੈ ਉਹਦਾ ਨਾਮ ਕੀ ਆ? ਆਪਸ਼ਨਸ ਦੇਖ ਲੈਂਦੇ ਆ ਜੀ। ਆਪਸ਼ਨਸ ਤੁਹਾਡੀ ਸਕਰੀਨ ਦੇ ਉੱਪਰ ਜਿਹੜੀਆਂ ਉਹ ਡਿਸਪਲੇ ਹੋ ਗਈਆਂ ਆ ਤੇ ਇਹਦਾ ਜਿਹੜਾ ਰਾਈਟ ਆਨਸਰ ਹੈਗਾ ਜੀ ਜਾਕਸਾ, ਜਾਪਾਨ ਐਰੋਸਪੇਸ ਐਕਸਪਲੋਰੇਸ਼ਨ ਏਜੰਸੀ। ਹਾਂਜੀ, ਜੇ ਇਸੇ ਤਰ੍ਹਾਂ ਨਾਸਾ ਦਾ ਪੁੱਛ ਲੈਂਦੇ ਆ ਕਿ ਨਾਸਾ ਦੀ ਜਿਹੜੀ ਫੁੱਲ ਫਾਰਮ ਕੀ ਹੈਗੀ ਆ, ਨੈਸ਼ਨਲ ਐਰੋਨੋਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ। ਇਹ ਹੈਗੀ ਆ ਜੀ ਅਮਰੀਕਾ ਦੀ ਸਪੇਸ ਏਜੰਸੀ ਆ। ਜੇ ਇਸਰੋ ਜਿਹੜੀ ਹੈਗੀ ਆ ਇੰਡੀਆ ਦੀ ਸਪੇਸ ਏਜੰਸੀ ਆ, ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ। CNSA ਜਿਹੜੀ ਚਾਈਨਾ ਦੀ ਸਪੇਸ ਏਜੰਸੀ ਆ, ਚਾਈਨਾ ਨੈਸ਼ਨਲ ਸਪੇਸ ਐਡਮਿਨਿਸਟ੍ਰੇਸ਼ਨਸ। ਨੈਕਸਟ ਕੁਐਸਚਨ ਦੇਖ ਲੈਂਦੇ ਆ ਜੀ। ਨੈਕਸਟ ਕੁਐਸਚਨ ਹੈਗਾ ਜੀ, ਅਮਰੀਕਾ ਦੀ ਜਿਹੜੀ ਸਪੇਸ ਏਜੰਸੀ ਹੈ ਉਹਦਾ ਨਾਮ ਕੀ ਆ? ਆਪਾਂ ਪਹਿਲਾਂ ਹੀ ਪੜ੍ਹ ਚੁੱਕੇ ਹਾਂ। ਹਾਂਜੀ ਬਿਲਕੁਲ, ਜਿਹੜਾ ਰਾਈਟ ਜਵਾਬ ਹੈਗਾ ਤੁਹਾਡਾ ਜੀ, ਰਾਈਟ ਆਨਸਰ ਹੈਗਾ ਆ ਨਾਸਾ, ਨੈਸ਼ਨਲ ਐਰੋਨੋਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ। ਨੈਕਸਟ ਕੁਐਸਚਨ ਦੇਖਦੇ ਹਾਂ, ਔਰਨੋਡੋਏ ਨਾਮਕ ਯੋਜਨਾ ਕਿਹੜੇ ਰਾਜ ਨੇ ਸ਼ੁਰੂ ਕੀਤੀ ਹੈ? ਹਾਂਜੀ, ਆਪਸ਼ਨਸ ਜਿਹੜੀਆਂ ਤੁਹਾਡੀ ਸਕਰੀਨ ਦੇ ਉੱਪਰ ਡਿਸਪਲੇ ਆ ਜੀ। ਹਾਂਜੀ, ਇਹਦਾ ਜਿਹੜਾ ਰਾਈਟ ਆਨਸਰ ਹੈਗਾ ਜੀ ਅਸਾਮ ਨੇ ਸ਼ੁਰੂ ਕੀਤੀ ਆ ਇਹ ਜਿਹੜੀ ਔਰਨੋਡੋਏ ਜਿਹੜੀ ਨਾਮਕ ਯੋਜਨਾ। ਇਹਦਾ ਪੂਰਾ ਨਾਮ ਹੈਗਾ ਜੀ ਅਸਾਮ ਔਰਨੋਡੋਏ ਸਕੀਮ। ਤੇ ਇਹਦੇ ਵਿੱਚ ਜਿਹੜਾ ਆ ਟੋਟਲ ਖਰਚਾ ਜਿਹੜਾ ਸਰਕਾਰ ਜਿਹੜੀ ਇੱਕ ਸਾਲ ਦਾ 2400 ਕਰੋੜ ਰੁਪਏ ਦਾ ਬਜਟ ਹੈ ਇਹਦਾ। ਤੇ ਇਹ ਸਿਰਫ ਜਿਹੜਾ ਆ 830 ਰੁਪਏ ਜਿਹੜਾ ਪਰ ਮੰਥ ਜਿਹੜਾ ਲੇਡੀਜ਼ ਨੂੰ ਹੀ ਦਿੱਤਾ ਜਾਊਗਾ, ਸਿਰਫ ਔਰਤਾਂ ਵਾਸਤੇ ਇਹ ਸਕੀਮ। ਤੇ ਫੰਡਾਮੈਂਟਲ ਆਈਟਮ ਜਿਹੜਾ ਨੀਡਸ ਜਿਹੜੀਆਂ ਵੀ ਹੈਗੀਆਂ ਜਿੱਦਾਂ ਦਵਾਈਆਂ, ਖੰਡ ਵਗੈਰਾ ਜਿਹੜੀਆਂ ਜ਼ਰੂਰੀ ਆ ਬੇਸਿਕ ਫੰਡਾਮੈਂਟਲ ਆਈਟਮਸ ਆ ਉਹਨਾਂ ਵਾਸਤੇ ਜਿਹੜਾ ਇਹ ਦਿੱਤਾ ਜਾਊਗਾ। ਨੈਕਸਟ ਕੁਐਸਚਨ ਦੇਖਦੇ ਹਾਂ ਜੀ, ITBP ਦਾ ਸਥਾਪਨਾ ਦਿਵਸ ਜਿਹੜਾ ਕਦੋਂ ਮਨਾਇਆ ਜਾਂਦਾ? ਇੰਡੋ ਤਿੱਬਤੀਅਨ ਬਾਰਡਰ ਪੁਲਿਸ ਜਿਹੜੀ ਹੈਗੀ ਉਹਦਾ ਸਥਾਪਨਾ ਦਿਵਸ ਆ ਕਦੋਂ ਮਨਾਇਆ ਜਾਂਦਾ? ਆਪਸ਼ਨਸ ਤੁਹਾਡੀ ਸਕਰੀਨ ਦੇ ਉੱਪਰ ਜਿਹੜੀਆਂ ਡਿਸਪਲੇ ਆ ਜੀ। ਹਾਂਜੀ, ਇਹਦਾ ਜਿਹੜਾ ਰਾਈਟ ਆਨਸਰ ਆ ਜੀ ITBP ਦਾ ਜਿਹੜਾ ਸਥਾਪਨਾ ਦਿਵਸ ਆ ਉਹ 24 ਅਕਤੂਬਰ ਨੂੰ ਮਨਾਇਆ ਜਾਂਦਾ ਆ। ਤੇ ਇਹਦਾ ਜਿਹੜਾ ਇਸਟੈਬਲਿਸ਼ ਹੋਈ ਸੀਗੀ ਇਹ 24 ਅਕਤੂਬਰ 1962 ਦੇ ਵਿੱਚ ਇਸਟੈਬਲਿਸ਼ ਹੋਈ ਸੀਗੀ। ਹਾਂਜੀ, ਨੈਕਸਟ ਜਿਹੜਾ ਕੁਐਸਚਨ ਆਪਾਂ ਦੇਖਦੇ ਹਾਂ, CISF ਦਾ ਸਥਾਪਨਾ ਦਿਵਸ ਜਿਹੜਾ ਆ ਕਦੋਂ ਮਨਾਇਆ ਜਾਂਦਾ ਆ? ਆਪਸ਼ਨਸ ਤੁਹਾਡੀ ਸਕਰੀਨ ਦੇ ਉੱਪਰ ਡਿਸਪਲੇ ਆ ਜੀ। ਹਾਂਜੀ, ਇਹਦਾ ਜਿਹੜਾ ਰਾਈਟ ਆਨਸਰ ਹੈਗਾ 10 ਮਾਰਚ। ਇਹ ਜਿਹੜਾ ਇਸਟੈਬਲਿਸ਼ ਹੋਈ ਸੀਗੀ CISF 10 ਮਾਰਚ 1969 ਦੇ ਵਿੱਚ ਇਸਟੈਬਲਿਸ਼ ਹੋਈ ਸੀਗੀ। ਨੈਕਸਟ ਕੁਐਸਚਨ ਦੇਖਦੇ ਹਾਂ, BSF ਦਾ ਸਥਾਪਨਾ ਦਿਵਸ ਜਿਹੜਾ ਉਹ ਕਦੋਂ ਮਨਾਇਆ ਜਾਂਦਾ? ਬਾਰਡਰ ਸਿਕਿਉਰਿਟੀ ਫੋਰਸ ਆ, ਇਹਦਾ ਜਿਹੜਾ ਸਥਾਪਨਾ ਦਿਵਸ ਕਦੋਂ ਮਨਾਇਆ ਜਾਂਦਾ? ਆਪਸ਼ਨਸ ਤੁਹਾਡੀ ਸਕਰੀਨ ਦੇ ਉੱਪਰ ਡਿਸਪਲੇ ਆ ਜੀ। ਹਾਂਜੀ, ਇਹਦਾ ਜਿਹੜਾ ਰਾਈਟ ਆਨਸਰ ਹੈਗਾ ਜੀ 1 ਦਸੰਬਰ ਨੂੰ ਜਿਹੜਾ ਆ BSF ਦਾ ਸਥਾਪਨਾ ਦਿਵਸ ਮਨਾਇਆ ਜਾਂਦਾ। ਤੇ ਇਹਦਾ ਇਹ ਇਸਟੈਬਲਿਸ਼ ਹੋਈ ਸੀਗੀ ਜੀ 1965 ਦੇ ਵਿੱਚ ਇਸਟੈਬਲਿਸ਼ ਹੋਈ ਸੀਗੀ। ਨੈਕਸਟ ਕੁਐਸਚਨ ਦੇਖਦੇ ਹਾਂ, ਫਿਊਚਰ ਆਫ ਰੀਜਨਲ ਕੋਆਪਰੇਸ਼ਨ ਇਨ ਏਸ਼ੀਆ ਐਂਡ ਦਾ ਪੈਸੀਫਿਕ ਕਿਤਾਬ ਕਿਸ ਨੇ ਜਾਰੀ ਕੀਤੀ ਹੈ? ਆਪਸ਼ਨਸ ਜਿਹੜੀਆਂ ਤੁਸੀਂ ਦੇਖ ਸਕਦੇ ਆ ਜੀ। ਹਾਂਜੀ ਬਿਲਕੁਲ ਰਾਈਟ ਆਨਸਰ ਹੈਗਾ ਜੀ B ਆਪਸ਼ਨ ADB ਬੈਂਕ। ਇਹਦੀ ਜਿਹੜੀ ਫੁੱਲ ਫਾਰਮ ਹੈਗੀ ਆ ADB ਬੈਂਕ ਦੀ ਜਿਹੜੀ ਹੈਗੀ ਆ ਏਸ਼ੀਅਨ ਡਿਵੈਲਪਮੈਂਟ ਬੈਂਕ ਆ।
ਇਹਨਾਂ ਨੇ ਜਿਹੜੀ ਫਿਊਚਰ ਆਫ ਰੀਜਨਲ ਕੋਆਪਰੇਸ਼ਨ ਇਨ ਏਸ਼ੀਆ ਐਂਡ ਪੈਸੀਫਿਕ ਜਿਹੜੀ ਕਿਤਾਬ ਆ ਉਹ ਜਾਰੀ ਕੀਤੀ ਸੀਗੀ। ਹਾਂਜੀ ਨੈਕਸਟ ਦੇਖਦੇ ਹਾਂ ਜੀ, ਇੰਡੀਅਨ ਏਅਰ ਫੋਰਸ ਦਾ ਜਿਹੜਾ ਸਥਾਪਨਾ ਦਿਵਸ ਆ ਉਹ ਕਦੋਂ ਮਨਾਇਆ ਜਾਂਦਾ? ਆਪਸ਼ਨਸ ਜਿਹੜੀਆਂ ਤੁਹਾਡੀ ਸਕਰੀਨ ਦੇ ਉੱਪਰ ਡਿਸਪਲੇ ਆ। ਹਾਂਜੀ ਇਹਦਾ ਜਿਹੜਾ ਰਾਈਟ ਆਨਸਰ ਹੈਗਾ ਜੀ ਬੀ ਆਪਸ਼ਨ 8 ਅਕਤੂਬਰ ਨੂੰ ਮਨਾਇਆ ਜਾਂਦਾ ਆ। ਇੰਡੀਅਨ ਏਅਰ ਫੋਰਸ ਦਾ ਜਿਹੜਾ ਸਥਾਪਨਾ ਦਿਵਸ ਆ ਤੇ 1932 ਦੇ ਵਿੱਚ ਇਸਟੈਬਲਿਸ਼ ਹੋਈ ਸੀਗੀ। ਦੋਸਤੋ ਜੇਕਰ ਵੀਡੀਓ ਵਧੀਆ ਲੱਗ ਰਹੀ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਦੇ ਉੱਪਰ ਕਲਿੱਕ ਕਰ ਦਿਓ ਤਾਂ ਜੋ ਨੈਕਸਟ ਜਿਹੜੀਆਂ ਵੀਡੀਓਜ਼ ਅਸੀਂ ਪਾਵਾਂਗੇ ਉਹਦੀ ਜਿਹੜੀ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਲਓ ਸ਼ੁਰੂ ਅੱਗੇ ਦੇਖਦੇ ਹਾਂ। ਨੈਕਸਟ ਕਿਹੜਾ ਕੁਐਸਚਨ ਹੈਗਾ, ਸਟੇਟ ਆ ਉਹਨਾਂ ਨੇ ਸ਼ੁਰੂ ਕੀਤੀ ਹੈ। ਨੈਕਸਟ ਕੁਐਸਚਨ ਦੇਖਦੇ ਹਾਂ, ਵਰਲਡ ਏਡਜ਼ ਡੇ ਜਿਹੜਾ ਆ ਉਹ ਕਦੋਂ ਮਨਾਇਆ ਜਾਂਦਾ ਆ? ਆਪਸ਼ਨਸ ਜਿਹੜੀਆਂ ਹੈਗੀਆਂ ਜੀ 1 ਦਸੰਬਰ, 10 ਦਸੰਬਰ, 15 ਦਸੰਬਰ ਜਾਂ 5 ਦਸੰਬਰ। ਹਾਂਜੀ ਇਹਦਾ ਜਿਹੜਾ ਰਾਈਟ ਆਨਸਰ ਹੈਗਾ ਜੀ ਜਿਹੜਾ ਵਰਲਡ ਏਡਜ਼ ਡੇ ਆ ਉਹ 1 ਦਸੰਬਰ ਨੂੰ ਮਨਾਇਆ ਜਾਂਦਾ। ਨੈਕਸਟ ਕੁਐਸਚਨ ਦੇਖਦੇ ਹਾਂ ਜੀ, ਇੰਡੀਅਨ ਨੇਵੀ ਡੇ ਜਿਹੜਾ ਆ ਉਹ ਕਦੋਂ ਮਨਾਇਆ ਜਾਂਦਾ? ਆਪਸ਼ਨਸ ਜਿਹੜੀਆਂ ਆ ਤੁਹਾਡੀ ਸਕਰੀਨ ਦੇ ਉੱਪਰ ਡਿਸਪਲੇ ਆ। ਹਾਂਜੀ ਬਿਲਕੁਲ ਜਿਹੜਾ ਰਾਈਟ ਆਨਸਰ ਹੈਗਾ ਜੀ 4 ਦਸੰਬਰ ਨੂੰ ਇੰਡੀਅਨ ਨੇਵੀ ਡੇ ਜਿਹੜਾ ਆ ਮਨਾਇਆ ਜਾਂਦਾ ਆ। ਨੈਕਸਟ ਕੁਐਸਚਨ ਦੇਖਦੇ ਹਾਂ, 13 ਅਪ੍ਰੈਲ 1919 ਨੂੰ ਅੰਮ੍ਰਿਤਸਰ ਦੇ ਜਲਿਆਂਵਾਲੇ ਬਾਗ ਵਿੱਚ ਇੱਕ ਨਿਹੱਥੇ ਹਥਿਆਰਬੰਦ ਭੀੜ ਇਕੱਤਰ ਹੋਈ ਸੀਗੀ ਜਿਸ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਕਿਹਦੀ ਜਿਹੜੀ ਸੀਗੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਜਿਹੜਾ ਅੰਮ੍ਰਿਤਸਰ ਨੂੰ 13 ਅਪ੍ਰੈਲ 1919 ਨੂੰ ਜਿਹੜੀ ਜਲਿਆਂਵਾਲੇ ਬਾਗ ਦੇ ਵਿੱਚ ਇੱਕ ਭੀੜ ਜਿਹੜੀ ਇਕੱਠੀ ਹੋਈ ਸੀਗੀ। ਆਪਸ਼ਨਸ ਜਿਹੜੀਆਂ ਤੁਹਾਡੀ ਸਕਰੀਨ ਦੇ ਉੱਪਰ ਡਿਸਪਲੇ ਆ ਜੀ। ਹਾਂਜੀ ਇਹਦਾ ਜਿਹੜਾ ਰਾਈਟ ਆਨਸਰ ਹੈਗਾ ਆਪਾਂ ਸਭ ਨੂੰ ਪਤਾ ਕਿ ਡਾਕਟਰ ਸੈਫੂਦੀਨ ਕਿਚਲੂ ਅਤੇ ਡਾਕਟਰ ਸਤਿਆਪਾਲ ਦੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਜਿਹੜੇ ਇਹ ਨਿਹੱਥੇ ਹਥਿਆਰਬੰਦ ਭੀੜ ਜਿਹੜੀ ਸੀਗੀ ਉਹ ਇਕੱਠੀ ਹੋਈ ਸੀਗੀ 13 ਅਪ੍ਰੈਲ 1919 ਨੂੰ। ਨੈਕਸਟ ਕੁਐਸਚਨ ਦੇਖਦੇ ਹਾਂ ਜੀ, ਪੁਲਾੜ ਵਿੱਚ ਪੁਲਾੜ ਯਾਤਰੀ ਖੜੇ ਨਹੀਂ ਹੋ ਸਕਦੇ। ਇਹ ਇਸ ਲਈ ਹੈ ਕਿਉਂਕਿ ਸਪੇਸ ਵਿੱਚ ਪੁਲਾੜ ਦੇ ਵਿੱਚ ਜਿਹੜੇ ਪੁਲਾੜ ਯਾਤਰੀ ਹੁੰਦੇ ਆ ਉਹ ਖੜੇ ਨਹੀਂ ਹੋ ਸਕਦੇ। ਇਸ ਲਈ ਕਿ ਹੈ ਕਿਉਂਕਿ ਸਪੇਸ ਵਿੱਚ ਕਿਹੜੀ ਚੀਜ਼ ਦੀ ਕਮੀ ਹੁੰਦੀ ਆ ਆਪਾਂ ਦੇਖ ਲੈਂਦੇ ਹਾਂ। ਆਪਸ਼ਨਸ ਦੇਖ ਲੈਂਦੇ ਹਾਂ। ਆਪਸ਼ਨ ਜਿਹੜੀਆਂ ਤੁਹਾਡੀ ਸਕਰੀਨ ਦੇ ਉੱਪਰ ਡਿਸਪਲੇ ਆ ਜੀ। ਇਹਦਾ ਜਿਹੜਾ ਰਾਈਟ ਆਨਸਰ ਹੈਗਾ ਜੀ ਇਹ ਆਪਸ਼ਨ ਆ ਦੇਰ ਇਜ਼ ਨੋ ਗ੍ਰੈਵਿਟੀ, ਕਿਉਂਕਿ ਉੱਥੇ ਜਿਹੜੀ ਆ ਜਿਹੜੀ ਧਰਤੀ 'ਤੇ ਗ੍ਰੈਵਿਟੀ ਫੋਰਸ ਹੁੰਦੀ ਆ ਉਹ ਸਪੇਸ ਦੇ ਵਿੱਚ ਗ੍ਰੈਵਿਟੀ ਜਿਹੜੀ ਫੋਰਸ ਉਹ ਨਹੀਂ ਹੁੰਦੀ, ਇਸ ਕਰਕੇ ਜਿਹੜੇ ਆ ਪੁਲਾੜ ਯਾਤਰੀ ਆ ਉਹ ਖੜੇ ਨਹੀਂ ਹੋ ਸਕਦੇ। ਜਦੋਂ ਵੀ ਆਪਾਂ ਆਪਣੀ ਜਿਹੜੀ ਗ੍ਰੈਵਿਟੀ ਫੋਰਸ ਜਿੱਥੇ ਤੱਕ ਹੈਗੀ ਉਹ ਤੋਂ ਉੱਪਰ ਚਲ ਜਾਂਦੇ ਆ ਅਤੇ ਉੱਥੋਂ ਕੋਈ ਵੀ ਚੀਜ਼ ਆਪਾਂ ਸਿੱਟਾਂਗੇ ਉਹ ਨੀਚੇ ਨਹੀਂ ਆਊਗੀ ਕਿਉਂਕਿ ਉੱਥੇ ਗ੍ਰੈਵਿਟੀ ਫੋਰਸ ਜਿਹੜੀ ਆ ਉਹ ਨਹੀਂ ਹੁੰਦੀ। ਨੈਕਸਟ ਕੁਐਸਚਨ ਦੇਖਦੇ ਹਾਂ ਜੀ, ਭਾਰਤ ਦੇ ਸੰਵਿਧਾਨ ਵਿੱਚ ਬੁਨਿਆਦੀ ਫਰਜ਼ਾਂ ਨੂੰ ਕਿਸ ਸੋਧ ਦੁਆਰਾ ਸ਼ਾਮਿਲ ਕੀਤਾ ਗਿਆ ਸੀ? ਆਪਸ਼ਨਸ ਜਿਹੜੀਆਂ ਹੈਗੀਆਂ ਜੀ ਤੁਹਾਡੀ ਸਕਰੀਨ ਦੇ ਉੱਪਰ ਡਿਸਪਲੇ ਆ ਅਤੇ ਇਹਦਾ ਜਿਹੜਾ ਰਾਈਟ ਆਨਸਰ ਹੈਗਾ ਜੀ 42ਵੀਂ ਜਿਹੜੀ ਅਮੈਂਡਮੈਂਟ ਐਕਟ ਹੈਗਾ ਆ ਉਹਦੇ ਜਿਹੜਾ ਅਨੁਸਾਰ ਜਿਹੜਾ ਭਾਰਤ ਦੇ ਸੰਵਿਧਾਨ ਦੇ ਵਿੱਚ ਬੁਨਿਆਦੀ ਫਰਜ਼ਾਂ ਨੂੰ ਜਿਹੜਾ ਆ ਉਹ ਸੋਧ ਵਿੱਚ ਸ਼ਾਮਿਲ ਕੀਤਾ ਗਿਆ ਸੀਗਾ, ਬੁਨਿਆਦੀ ਫਰਜ਼ਾਂ ਨੂੰ ਐਡ ਕੀਤਾ ਗਿਆ ਸੀਗਾ। ਨੈਕਸਟ ਕੁਐਸਚਨ ਦੇਖਦੇ ਹਾਂ, ਵੱਲਭ ਭਾਈ ਪਟੇਲ ਜਿਹੜੇ ਆ ਨੂੰ ਸਰਦਾਰ ਦੀ ਉਪਾਧੀ ਜਿਹੜੀ ਸੀ ਕਿਸ ਨੇ ਦਿੱਤੀ ਸੀਗੀ? ਆਪਸ਼ਨਸ ਜਿਹੜੀਆਂ ਹੈਗੀਆਂ ਜੀ ਮਹਾਤਮਾ ਗਾਂਧੀ, ਪੰਡਿਤ ਜਵਾਹਰ ਲਾਲ ਨਹਿਰੂ ਜੀ, ਮੌਲਾਨਾ ਆਜ਼ਾਦ ਜਾਂ ਕਸਤੂਰਬਾ। ਹਾਂਜੀ ਇਹਦਾ ਜਿਹੜਾ ਰਾਈਟ ਆਨਸਰ ਹੈਗਾ ਜੀ ਮਹਾਤਮਾ ਗਾਂਧੀ ਜੀ ਨੇ ਵੱਲਭ ਭਾਈ ਪਟੇਲ ਜੀ ਨੂੰ ਪਹਿਲੀ ਵਾਰੀ ਸਰਦਾਰ ਦੀ ਉਪਾਧੀ ਜਿਹੜੀ ਦਿੱਤੀ ਸੀਗੀ। ਅਤੇ ਨੈਕਸਟ ਕੁਐਸਚਨ ਦੇਖਦੇ ਹਾਂ ਜੀ, ਹੇਠ ਲਿਖਿਆਂ ਵਿੱਚੋਂ ਸਾਹਿਤ ਅਕਾਦਮੀ ਪੁਰਸਕਾਰ ਜਿੱਤਣ ਵਾਲੀ ਪਹਿਲੀ ਮਹਿਲਾ ਕੌਣ ਸੀ? ਆਪਸ਼ਨਸ ਜਿਹੜੀਆਂ ਤੁਹਾਡੀ ਸਕਰੀਨ ਦੇ ਉੱਪਰ ਡਿਸਪਲੇ ਆ ਜੀ। ਸਾਹਿਤ ਅਕਾਦਮੀ ਦੇ ਵਿੱਚੋਂ ਜਿਹੜਾ ਪੁਰਸਕਾਰ ਜਿੱਤਣ ਵਾਲੀ ਪਹਿਲੀ ਮਹਿਲਾ ਜਿਹੜੀ ਕਹਿੰਦੇ ਕੌਣ ਸਨ? ਆਪਾਂ ਦੇਖ ਲੈਂਦੇ ਹਾਂ ਜੀ ਡਿਟੇਲ ਦੇ ਵਿੱਚ, ਤੁਹਾਨੂੰ ਦੱਸ ਦਿੰਦੇ ਹਾਂ ਕਿ ਦਲੀਪ ਕੌਰ ਟਿਵਾਣਾ ਜੀ ਨੂੰ 1971 ਦੇ ਵਿੱਚ ਅਵਾਰਡ ਮਿਲਿਆ ਸੀ, ਅੰਮ੍ਰਿਤਾ ਪ੍ਰੀਤਮ ਜੀ ਨੂੰ 1956 ਦੇ ਵਿੱਚ, ਪ੍ਰਭਜੋਤ ਕੌਰ ਜੀ ਨੂੰ 1964 ਦੇ ਵਿੱਚ ਅਤੇ ਅਜੀਤ ਕੌਰ ਜੀ ਨੂੰ 1985 ਦੇ ਵਿੱਚ। ਇੱਥੋਂ ਆਪਾਂ ਪਤਾ ਲੱਗ ਜਾਂਦਾ ਕਿ ਜਿਹੜੇ ਅੰਮ੍ਰਿਤਾ ਪ੍ਰੀਤਮ ਜੀ ਸਨ ਉਹਨਾਂ ਨੂੰ ਜਿਹੜਾ ਪਹਿਲੀ ਵਾਰੀ ਜਿਹੜਾ ਸੀ ਸਭ ਤੋਂ ਪਹਿਲਾਂ ਜਿਹੜਾ ਆ ਅਕਾਦਮਿਕ ਜਿਹੜਾ ਆ ਪੁਰਸਕਾਰ ਜਿੱਤਣ ਵਾਲੀ ਮਹਿਲਾ ਸਨ ਅੰਮ੍ਰਿਤਾ ਪ੍ਰੀਤਮ। ਨੈਕਸਟ ਕੁਐਸਚਨ ਦੇਖਦੇ ਹਾਂ ਜੀ, ਹੇਠ ਲਿਖਿਆਂ ਵਿੱਚੋਂ ਕਿਹੜਾ ਸੜਨ ਲਈ ਅਧਿਕਤਮ ਸਮਾਂ ਲੈਂਦਾ ਹੈ? ਸਭ ਤੋਂ ਜ਼ਿਆਦਾ ਟਾਈਮ ਜਿਹੜਾ ਲੈਂਦਾ ਆ ਇਹ ਸੜਨ ਦੇ ਲਈ ਉਹ ਕਿਹੜੀ ਚੀਜ਼ ਆ? ਸਿਗਰਟ ਬਰਡ, ਫੋਟੋ ਫਿਲਮ, ਲੈਦਰ ਸ਼ੋ ਜਾਂ ਪਲਾਸਟਿਕ ਬੈਗ। ਇਹ ਇੱਕ ਜਨਰਲ ਕੁਐਸਚਨ ਹੈਗਾ ਆ। ਹਾਂਜੀ ਇਹਦਾ ਜਿਹੜਾ ਰਾਈਟ ਆਨਸਰ ਹੈਗਾ ਜੀ ਪਲਾਸਟਿਕ ਬੈਗ। ਆਪਾਂ ਦੇਖਦੇ ਹਾਂ ਕਿ ਜਿਹੜਾ ਪਲਾਸਟਿਕ ਆ ਉਹ ਸੜਨ ਦੇ ਲਈ ਜਿਹੜਾ ਜ਼ਿਆਦਾ ਸਮਾਂ ਲੈਂਦੀ ਆ। ਲਾਸਟ ਕੁਐਸਚਨ ਆਪਣੀ ਵੀਡੀਓ ਦਾ ਦੋਸਤੋ ਦੇਖਦੇ ਹਾਂ, ਹੇਠ ਲਿਖਿਆਂ ਵਿੱਚੋਂ ਕਿਹੜੀ ਇੱਕ ਦਲੀਪ ਕੌਰ ਟਿਵਾਣਾ ਦੀ ਸਵੈ ਜੀਵਨੀ ਹੈ?
ਜਾਂ ਬਾਇਓਗ੍ਰਾਫੀ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਆ ਉਹ ਕਿਹੜੀ ਹੈਗੀ ਆ ਦਲੀਪ ਕੌਰ ਟਿਵਾਣਾ ਜੀ ਦੀ। ਆਪਸ਼ਨਸ ਜਿਹੜੀਆਂ ਆ ਤੁਹਾਡੀ ਸਕਰੀਨ ਦੇ ਉੱਪਰ ਡਿਸਪਲੇ ਆ। ਤੇ ਹਾਂਜੀ, ਇਹਦਾ ਜਿਹੜਾ ਰਾਈਟ ਆਨਸਰ ਹੈ ਜੀ, ਨੰਗੇ ਪੈਰਾਂ ਦਾ ਸਫ਼ਰ ਜਿਹੜੀ ਆ ਉਹ ਦਲੀਪ ਕੌਰ ਟਿਵਾਣਾ ਜੀ ਦੀ ਸਵੈ ਜੀਵਨੀ ਆ। ਦੋਸਤੋ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ। ਤੇ ਜੇਕਰ ਹਾਲੇ ਤੱਕ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਵੀ ਨੈਕਸਟ ਵੀਡੀਓਜ਼ ਆਪਾਂ ਪਾਵਾਂਗੇ ਉਹਦੀ ਜਿਹੜੀ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਧੰਨਵਾਦ ਜੀ।